ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਨਾਲ ਦੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅਸੀਂ ਇਹ ਗੱਲ ਤਾਂ ਬਹੁਤ ਵਾਰ ਦੁਹਰਾਈ ਹੈ ਕਿ ਅੱਜ ਦੇ ਜ਼ਮਾਨੇ 'ਚ ਜਾਂ ਬੀਤੇ 7-8 ਹਜ਼ਾਰ ਸਾਲ ਦੇ ਬਹੁਤ ਸਾਰੇ ਸਮੇਂ 'ਚ ਝੂਠ ਵਿਕਦਾ ਜੀ। ਫਿਰ ਅਸੀਂ ਜਿਨ੍ਹਾਂ ਦਾ ਅੱਜ ਭਾਰਤ ਤੇ ਰਾਜ ਹੈ ਹਿੰਦੂ ਤਵੀਆਂ ਦਾ, ਇਹਨਾਂ ਦੇ ਪਿਤਾਮਾ ਚਾਣਕਿਆ ਜਿਹਨੇ ਕਿਹਾ ਵੀ ਝੂਠ ਇੰਨਾ ਵੱਡਾ ਬੋਲੋ ਤੇ ਬਾਰ-ਬਾਰ ਬੋਲੋ ਕਿ ਕੋਈ ਇਹ ਯਕੀਨ ਹੀ ਨਾ ਕਰ ਸਕੇ ਕਿ ਇਹ ਕਿ ਵੀ ਇਹ ਝੂਠ ਹੈ ਜੀ, ਔਰ ਬੜੀ ਸਫਲਤਾ ਨਾਲ ਬੋਲਦੇ ਨੇ। ਔਰ ਫਿਰ ਜਦੋਂ ਅਸੀਂ ਦੇਖਦੇ ਹਾਂ ਕਿ ਅਜੋਕਾ ਯੁੱਗ ਜਿਹਦੇ 'ਚ ਸੋਸ਼ਲ ਮੀਡੀਆ, ਟਵਿੱਟਰ ਔਰ ਰੋਬੋਟ ਵੀ ਆ ਗਏ ਔਰ IT ਸੈਕਟਰ ਜਿਸ ਦੇ ਵਿੱਚ ਇਹਨਾਂ ਦਾ ਹੱਥ ਉੱਤੇ ਹੈ ਔਰ ਸੈਂਕੜਿਆਂ ਦੀ ਗਿਣਤੀ 'ਚ ਇਹਨਾਂ ਨੇ ਕਿਸ ਕਿਸਮ ਦੇ ਬੰਦੇ ਹਾਇਰ ਕੀਤੇ ਹੋਏ ਨੇ। ਪਿਛਲੇ ਦਿਨਾਂ 'ਚ ਰਾਜਸਥਾਨ ਦੇ ਇੱਕ ਪਿੰਡ ਦਾ ਸਧਾਰਨ ਜਿਹਾ ਮੁੰਡਾ ਜਿਹੜਾ 3-4 ਸਾਲ ਇਹਨਾਂ ਦੇ 1000 ਰੁਪਇਆ ਰੋਜ਼ ਤੇ ਨੌਕਰੀ ਕਰਦਾ ਰਿਹਾ, 30,000 ਰੁਪਇਆ ਮਹੀਨਾ, ਜਿਹਨੇ ਅਖੀਰ ਜਿਹੜਾ ਉਹ ਭਾਂਡਾ ਫੋੜਿਆ ਕਿ ਵੀ ਇਹ ਜਿਹੜੀਆਂ ਚੋਣਾਂ ਨੇ ਜਾਂ ਦੂਸਰੇ ਨੇ ਵੀ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੰਦੇ ਜਿਹੜੇ ਇੱਕ ਉੱਪਰ ਹਾਇਰ ਗਰੁੱਪ ਹੈ ਜਿਨ੍ਹਾਂ ਦੇ ਵਿੱਚ 15 ਬੰਦੇ ਨੇ, ਫਿਰ ਇੱਕ 200 ਦਾ ਗਰੁੱਪ ਹੈ, ਫਿਰ ਥੱਲੇ ਹਜ਼ਾਰਾਂ ਹੋਰ EMPLOYE ਕੀਤੇ ਹੋਏ ਨੇ। ਕਿਵੇਂ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਫੇਕ ਅਕਾਊਂਟ ਬਣਾਏ ਹੋਏ ਨੇ, ਕਿਵੇਂ ਟਵੀਟ ਰੀਟਵੀਟ ਕੀਤਾ ਜਾਂਦਾ ਹੈ, ਕਿਵੇਂ ਮੁਸਲਮਾਨ ਨਾਵਾਂ ਦੇ ਥੱਲੇ ਇਹਨਾਂ ਨੇ ਗਰੁੱਪ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਈਵਨ ਡਾਇਰੈਕਟ ਵੱਡੀਆਂ ਮਸਜਿਦਾਂ ਤੋਂ ਜਿਹੜਾ ਅਜ਼ਾਨ ਔਰ ਦੂਸਰਾ ਵੀ ਸੁਣਾਈ ਜਾਂਦੀ ਹੈ, ਕੁਰਾਨ ਦੀ ਵੀ, ਕੁਰਾਨ ਸ਼ਰੀਫ ਤੇ ਵੀ ਗੱਲ ਹੁੰਦੀ ਹੈ, ਪਰ ਉਸੇ ਤੇ ਹੀ ਉਹ ਫਿਰ ਆਪਣੀ ਮਿਸ ਇਨਫੋਰਮੇਸ਼ਨ ਵੀ ਪਾਉਂਦੇ ਨੇ ਇੱਕ ਅੱਧੀ ਸਟੋਰੀ। ਸੋ 4 ਚਫੇਰੇ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇੰਨਾ ਵੱਡਾ ਜਾਲ ਹੈ ਕਿ ਜਿੱਥੇ ਮਰਜ਼ੀ ਜਦੋਂ ਮਰਜ਼ੀ ਚਾਹਣ ਉਹ ਕੁਝ ਘੰਟਿਆਂ ਦੇ ਫਰਕ, ਕੁਝ ਘੰਟਿਆਂ 'ਚ ਕਿਤੇ ਵੀ ਕਮਿਊਨਲ ਰਾਈਟਸ ਕਰਵਾ ਸਕਦੇ ਨੇ ਔਰ ਦੂਜਾ ਵੀ ਇਸ ਵੇਲੇ ਸਾਰਾ ਭਾਰਤ ਉਹਨਾਂ ਦੇ ਕਬਜ਼ੇ ਤੇ। ਫਿਰ ਗੱਲ ਇੱਥੇ ਹੀ ਨਹੀਂ ਮੁੱਕਦੀ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਦੂਸਰੇ ਪਾਸੇ ਦੀ ਜਿਹੜੀ ਆਵਾਜ਼ ਹੈ ਉਸ ਨੂੰ ਕਿਵੇਂ ਬੰਦ ਕੀਤਾ ਜਾਏ। ਔਰ ਅਸੀਂ ਦੇਖਦੇ ਹਾਂ ਕਿ ਸਿੱਖਸ ਫॉर ਜਸਟਿਸ ਜਿਸ ਦਾ ਪਹਿਲਾ ਫੇਸਬੁੱਕ ਪੇਜ ਜਿਹੜਾ ਹੈ ਉਹ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਕੁਝ ਅਰਸਾ ਪਹਿਲਾਂ ਔਰ ਉਹਨਾਂ ਨੇ ਹਾਲਾਂ ਅਮਰੀਕਾ ਕੈਨੇਡਾ 'ਚ ਉਹਨਾਂ ਨੇ ਇਹਨੂੰ ਲੀਗਲ ਚੈਲੰਜ ਵੀ ਕੀਤਾ, ਪਰ ਇਹਨਾਂ ਦੀਆਂ ਅਦਾਲਤਾਂ ਨੇ ਕਿਹਾ ਵੀ ਉਹਦਾ ਪ੍ਰੈਰੋਗੇਟਿਵ ਹੈ ਫੇਸਬੁੱਕ ਦਾ, ਅਮਰੀਕਾ ਕੈਨੇਡਾ ਚੱਲਦਾ, ਉੱਥੇ ਉਹਨਾਂ ਨੇ ਬਲੌਕ ਕਰਤਾ। ਹੁਣ ਉਹਨਾਂ ਨੇ ਜਿਹੜਾ ਆਲਟਰਨੇਟ ਪੇਜ ਬਣਾ ਕੇ ਜਿਸ ਦੇ ਉੱਤੇ ਰੈਫਰੈਂਡਮ 2020 ਦੀ ਗੱਲ ਔਰ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਦੌਰਾਨ ਕਿਵੇਂ ਮਿਸ ਇਨਫੋਰਮੇਸ਼ਨ ਕੈਂਪੇਨ ਸ਼ੁਰੂ ਕੀਤਾ, ਉਹਦਾ ਜਵਾਬ ਸੀ ਪਿਛਲੇ ਸੈਚਰਡੇ ਫੇਸਬੁੱਕ ਨੇ ਉਹ ਪੇਜ ਵੀ ਜਿਹੜਾ ਉਹ ਬਲੌਕ ਕਰ ਦਿੱਤਾ ਹੈ। ਇਹਨਾਂ ਨੇ ਨੈਕਸਟ ਡੇ ਈਮੇਲਸ ਹੋਈਆਂ, ਸੰਡੇ ਜਿਹੜਾ ਉਹ ਰੀਸਟੋਰ ਕੀਤਾ ਔਰ ਉਹਨੂੰ ਹੁਣ ਫੇਰ ਜਿਹੜਾ ਹੈ ਉਹ ਸੰਡੇ ਸ਼ਾਮ ਬਲੌਕ ਕਰ ਦਿੱਤਾ ਗਿਆ। ਔਰ ਇਹ ਕਿਉਂਕਿ ਹੁੰਦਾ ਇਹ ਹੈ ਵੀ ਇਹ ਲੋਕ ਇਸ ਵੇਲੇ ਜਿੰਨੀਆਂ ਲੇਟੈਸਟ ਨੇ ਥਾਵਾਂ ਉਹਨਾਂ 'ਚ ਬੈਠੇ ਹੋਏ ਨੇ ਵੱਡੀ ਗਿਣਤੀ 'ਚ ਔਰ ਅਕਾਊਂਟ ਹੈਕ ਵੀ ਕਰਦੇ ਨੇ, ਮਿਸ ਇਨਫੋਰਮੇਸ਼ਨ ਵੀ ਪਾਉਂਦੇ ਨੇ ਔਰ ਫੇਸਬੁੱਕ ਜਾਂ ਦੂਜੇ ਜਿਹੜੇ ਵਪਾਰਕ ਕਿਸਮ ਦੇ ਅਦਾਰੇ ਨੇ ਉਹਨਾਂ ਨੂੰ ਇਹ ਇਨਫਲੂਐਂਸ ਕਰਦੇ ਨੇ। ਸੋ ਇੱਕ ਪਾਸੇ ਜਿੱਥੇ ਸਾਡੇ ਕੋਲ ਮੁੱਖ ਧਾਰਾ ਮੀਡੀਆ ਦੀ ਤਾਂ ਗੱਲ ਹੀ ਨਹੀਂ, ਅਸੀਂ ਦੇਖ ਹੀ ਲਿਆ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੇ ਵੇਲੇ ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਟੋਰੀਜ਼ ਜਿਹੜੀਆਂ ਨੇ ਮੁੱਖ ਧਾਰਾ ਮੀਡੀਆ ਇੰਟਰਨੈਸ਼ਨਲ ਉੱਥੋਂ ਦਾ ਤਾਂ ਉਹਨਾਂ ਨੇ ਕਾਬੂ ਕੀਤਾ ਹੀ ਹੋਇਆ, ਉਹਦੇ 'ਚ ਉਹਨਾਂ ਨੇ ਪਲਾਂਟ ਕਰਵਾਈਆਂ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਹੜੀ ਮਾੜੀ ਮੋਟੀ ਆਵਾਜ਼ ਕਿਤੇ ਹੈ ਉਸ ਨੂੰ, ਔਰ ਮੈਂ ਆਪਣੇ ਦੇਖਦਾ ਹੁਣ ਚਲੋ ਸਾਡੀ ਫੇਸਬੁੱਕ ਤੇ ਵੀ ਇਸ ਵੇਲੇ 1,16,17,000 ਜਿਹੜੇ ਨੇ ਉਸ ਦੇ ਫਾਲੋਅਰ ਨੇ, ਲਾਈਕਸ ਨੇ ਔਰ ਉਹਦੇ 'ਚ ਮੈਂ ਦੇਖਦਾ ਵੀ ਜਿਹੜਾ ਇਸ਼ੂ ਕੰਕਰੀਟ ਕੋਈ ਗੱਲ ਤੇ ਫੋਕਸਡ ਹੁੰਦਾ ਹੈ ਉਸ ਦੇ ਉੱਤੇ ਉਹਨਾਂ ਨੇ ਬੜੇ ਨੈਗੇਟਿਵ ਕਿਸਮ ਦੇ ਕਮੈਂਟ ਜਿਹੜੇ ਨੇ ਸਿੱਖ ਨਾਵਾਂ ਦੀਆਂ ਆਈਡੀਆਜ਼ ਥੱਲੇ ਹੁੰਦੇ ਨੇ ਔਰ ਉਸ ਸਾਰੀ ਡਿਬੇਟ ਨੂੰ ਜਿਹੜਾ ਅਸਲ ਇਸ਼ੂ ਹੁੰਦਾ ਹੈ ਉਹਨੂੰ ਸਾਈਡ ਟਰੈਕ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਫਿਰ ਸਾਡੇ ਜਿਹੜੇ ਜਜ਼ਬਾਤੀ ਕਿਸਮ ਦੇ ਵਿਊਅਰ ਨੇ ਉਹਨਾਂ ਨਾਲ ਉਲਝਦੇ ਵੀ ਨੇ ਔਰ ਉਹ ਸਾਰੇ ਇਸ਼ੂ ਨੂੰ ਡਾਇਲੂਟ ਕਰ ਦਿੰਦੇ। ਸੋ ਇਹੀ ਕੁਛ ਜਿਹੜਾ ਹੈ ਇਹ ਬਾਕੀ ਪਾਸੇ ਵੀ ਚੱਲ ਰਿਹਾ। ਔਰ ਇੱਕ ਸਟੱਡੀ ਜਿਹੜੀ ਕਿ ਵੀਕਐਂਡ ਤੇ ਮੇਰੇ ਨਜ਼ਰਾਂ 'ਚ ਗੁਜ਼ਰੀ, ਜਿਹਦੀ ਖਬਰ ਵੀ ਬਣੀ ਕਿ ਫਾਲਸ ਨਿਊਜ਼ ਟਰੈਵਲ ਫਾਸਟਰ ਦੈਨ ਟਰੂ ਸਟੋਰੀਜ਼ ਔਨ ਟਵਿੱਟਰ ਸੇ ਸਟੱਡੀ। ਇਹ ਇੱਕ
ਸਾਇੰਟਿਫਿਕ ਸਟੱਡੀ ਉਹਨਾਂ ਨੇ ਕੀਤੀ ਹੈ ਕਿ ਜਿਹੜੀਆਂ ਝੂਠੀਆਂ ਖਬਰਾਂ ਨੇ ਟਵਿੱਟਰ ਦੇ ਉੱਤੇ ਇਹ ਸੱਚੀਆਂ ਕਹਾਣੀਆਂ ਨਾਲੋਂ ਬੜੀ ਤੇਜ਼ੀ ਨਾਲ ਫੈਲਦੀਆਂ। ਫਿਰ ਇਹ ਉਹਨਾਂ ਨੇ ਫॉर ए ਸਟੱਡੀ ਪਬਲਿਸ਼ਡ ਇਨ ਦਾ ਜਰਨਲ ਸਾਇੰਸ ਪਬਲਿਸ਼ ਹੋਈ ਹੈ। The researchers tracked roughly 126,000 cascades of news stories spreading on Twitter, which were cumulatively tweeted over 4.5 million times by about 3 million people from the years 2006 to 2017। ਇਹ 10 ਸਾਲ ਦੀ ਬੜੀ, ਕਿਉਂਕਿ ਜਦੋਂ ਇਹ ਸਟੱਡੀਜ਼ ਹੁੰਦੀਆਂ ਕੋਈ ਓਵਰਨਾਈਟ ਨਹੀਂ ਹੁੰਦੀਆਂ ਜੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਨੀਆਂ 1,26,000 ਕਹਾਣੀਆਂ ਜਿਹੜੀਆਂ ਆਲਮੋਸਟ 4.5 ਮਿਲੀਅਨ ਟਾਈਮ ਜਿਹੜੀ ਹੈ 3 ਮਿਲੀਅਨ ਲੋਕਾਂ ਨੇ ਰੀਟਵੀਟ ਕੀਤੀਆਂ। ਔਰ ਉਹਦੇ ਚ ਫਿਰ ਉਹਨਾਂ ਦਾ ਇਹ ਕਹਿਣਾ ਹੈ ਕਿ ਫਾਲਸ ਨਿਊਜ਼ ਔਨ ਪੋਲਿਟਿਕਸ travels farther, faster, deeper and more broadly than the truth on Twitter, is study claim ਕਿ ਤੇਜ਼ੀ ਨਾਲ ਦੂਰ ਤੱਕ ਰਿਪੀਟਡਲੀ ਜਿਹੜੀ ਸੱਚੀ ਕਹਾਣੀ ਦੇ ਕੰਪੈਰੀਟਿਵਲੀ ਝੂਠੀ ਕਹਾਣੀ politically ਫੈਲਦੀ ਹੈ। Researchers found that the spread of false information is essentially not due to robots that are programmed to disseminate inaccurate stories। ਇੱਕ ਤਾਂ robots ਨੇ ਜਿਨ੍ਹਾਂ ਨੂੰ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ ਕਿ ਉਹਨਾਂ ਨੇ disseminate ਕਰਨੀ ਹੈ, ਉਹ ਕਹਿੰਦੇ ਇਹਦਾ ਇਹ ਕਾਰਨ ਨਹੀਂ ਹੈ, genuinely ਲੋਕ ਜਿਹੜੇ ਨੇ ਉਹਨੂੰ ਟਵਿੱਟਰ ਕਰਦੇ ਨੇ। Instead, false news speeds faster around Twitter due to people retweeting ਇਨਐਕੂਰੇਟ ਨਿਊਜ਼ ਆਈਟਮਸ ਕਿ ਜਿਹੜੀਆਂ ਕਿਉਂਕਿ ਉਹਨਾਂ ਦੇ ਵਿੱਚ ਕੁਛ ਨਾ ਕੁਛ ਜ਼ਾਇਕਾ ਹੁੰਦਾ ਹੈ, ਝੂਠ ਹੁੰਦਾ ਹੈ ਬਿਲਕੁਲ, ਔਰ ਉਹ ਉਹਨਾਂ ਨੂੰ ਜ਼ਿਆਦਾ ਮਜ਼ੇਦਾਰ ਲੱਗਦਾ ਹੈ, ਉਹ ਫਿਰ ਅੱਗੋਂ ਰੀਟਵੀਟ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਗੁੱਡ ਚੰਕ ਆਫ ਵਾਟ ਆਈ ਵਾਸ ਰੀਡਿੰਗ ਔਨ ਸੋਸ਼ਲ ਮੀਡੀਆ ਵਾਸ ਰਿਊਮਰਸ, ਇਟ ਵਾਸ ਫਾਲਸ ਨਿਊਜ਼। ਇਹ ਮੈਸੇਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਇੱਕ ਸੱਜਣ ਨੇ ਕਿਹਾ ਕਿ ਵੀ ਮੈਨੂੰ ਇਹ ਰਿਅਲਾਈਜ਼ ਹੋ ਰਿਹਾ ਹੈ ਕਿ ਜੋ ਕੁਛ ਮੈਂ ਪੜ੍ਹਿਆ ਇਹ ਸਾਰੇ ਪੀਰੀਅਡ 'ਚ, we found that falsehood diffuses significantly farther, faster, deeper and more broadly than the truth in all categories of information and in many cases by an order of magnitude। ਵੀ ਇੰਨੀ ਤੇਜ਼ੀ ਦੇ ਨਾਲ ਇਹ ਫੈਲਦਾ ਹੈ ਵੀ ਤੁਹਾਡੀ ਟਰੂਥ ਦੀ ਜਿਹੜੀ ਕਹਾਣੀ ਹੈ, according to study false news stories are 70% more likely to be retweeted than true stories are। ਹੁਣ ਅੰਦਾਜ਼ਾ ਲਾ ਲਓ ਕੋਈ ਸੱਚੀ ਕਹਾਣੀ ਹੈ ਉਹਦੇ ਕਿੰਨੇ ਕੁ % ਚਾਂਸ ਨੇ ਰੀਟਵੀਟ ਹੋਣ ਦੇ, 30% ਵੀ ਨਹੀਂ, 70% ਜਿਹੜੀਆਂ ਫਾਲਸਹੁੱਡ ਦੀਆਂ ਸਟੋਰੀਜ਼ ਨੇ। ਇਟ ਆਲਸੋ ਟੇਕਸ ਟਰੂ ਸਟੋਰੀਜ਼ ਅਬਾਊਟ 6 times as long to reach 1,500 people as it does for false story to reach the same number of people। ਉਹੀ ਕਹਾਣੀ ਸੱਚੀ ਹੈ, ਉਹਨੂੰ 6 ਗੁਣਾ ਜ਼ਿਆਦਾ ਟਾਈਮ ਲੱਗੇਗਾ ਲੋਕਾਂ ਤੱਕ ਪਹੁੰਚਣ ਚ ਦੈਨ ਜਿਹੜੀ ਝੂਠੀ ਕਹਾਣੀ ਹੈ। ਫਿਰ ਉਹਨਾਂ ਨੇ ਅੱਗੇ ਲੰਬਾ ਚੌੜਾ ਦਿੱਤਾ ਹੈ ਵੀ ਐਂਡ ਔਨ ਸੋਸ਼ਲ ਨੈਟਵਰਕ ਪੀਪਲ ਕੈਨ ਗੇਨ ਅਟੈਂਸ਼ਨ ਬਾਈ ਬੀਇੰਗ ਦਾ ਫਸਟ ਟੂ ਸ਼ੇਅਰ previously unknown information, thus people who share novel information are seen as being in the know। ਕਿ ਕਿਸੇ ਕੋਲ ਸਟੋਰੀ ਆਏ ਉਹਨੂੰ ਲੱਗਾ ਜੀ ਮੈਂ ਜੇ ਟਵੀਟ ਕੀਤਾ ਸ਼ੇਅਰ ਕੀਤਾ ਹੋਏਗਾ ਮੈਨੂੰ ਦੇਖੋ ਕਿੰਨਾ ਕੁਝ ਪਤਾ ਹੈ, ਪਰ ਉਹ ਜਿਹੜਾ ਸਾਰਾ ਹੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਫ ਦਾ 126,000 cascades, politics comprise the biggest news categories with about 45,000, followed by urban legends, business, terrorism, science, entertainment and natural disasters। ਔਰ ਇਹ ਆਪਣੇ ਆਪ ਦੇ ਵਿੱਚ ਹੀ ਇਹ ਕਿਉਂਕਿ ਵੈਸਟਰਨ ਵਰਲਡ ਦੀ ਸਟੱਡੀ ਹੈ 10 ਸਾਲ ਤੇ ਉਤਨਾ ਤੇ ਬੇਸ ਸਟੱਡੀਜ਼ ਹੈ ਕਿ 70% ਜਿਹੜਾ ਹੈ ਉਹ ਮੋਰ ਜਿਹੜਾ 70 ਟਾਈਮਸ ਉਹ ਫੈਲਦੀਆਂ ਨੇ। ਸੋ ਮੈਂ ਇਹ ਪਹਿਲਾਂ ਹੀ ਸਮਝਦਾ ਔਰ ਅਨਫੋਰਚੂਨੇਟਲੀ ਸਾਡੇ ਵੀਰਾਂ ਭੈਣਾਂ ਨੂੰ ਪੜ੍ਹਨ ਦਾ ਬਹੁਤਾ ਸ਼ੌਕ ਪਹਿਲਾਂ ਤੋਂ ਹੀ ਨਹੀਂ ਹੈ। ਹੁਣ ਜਿਹੜੇ ਮਾੜਾ ਮੋਟਾ ਪੜ੍ਹਦੇ ਨੇ ਉਹਨਾਂ ਦਾ ਜਿਹੜਾ ਦਾਇਰਾਕਾਰ ਹੈ ਸੋਸ਼ਲ ਨੈਟਵਰਕਿੰਗ ਕਿ ਵੀ ਉਹ ਸੋਸ਼ਲ ਨੈਟਵਰਕਿੰਗ ਦੇ ਉੱਤੇ ਉਹ ਕੋਈ ਹੋਏਗਾ ਜੀ ਕੋਈ 25 ਗਰੁੱਪਾਂ 'ਚ ਹੈ ਕੋਈ 30 'ਚ ਹੈ, ਉਹਨਾਂ ਦੀਆਂ ਸਟੋਰੀ ਉਹਨੂੰ ਰਿਐਕਟ ਕਰਦੇ ਨੇ। ਔਰ ਮੈਂ ਸਮਝਦਾ ਵੀ ਇਹ ਵੇਸਟ ਆਫ ਟਾਈਮ ਹੈ। ਔਰ ਇਹਦੇ ਥੱਲੇ ਇੱਕ ਤਾਂ ਉਹ ਆਪਣੇ ਉਹਨਾਂ ਦੇ ਦਿਮਾਗ 'ਚ ਵੀ ਉਹ ਫਾਲਸਹੁੱਡ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਇਹ ਜਿਹੜਾ ਕੂੜ ਹੁੰਦਾ ਹੈ ਝੂਠ ਹੁੰਦਾ ਹੈ ਇਹ ਬਹੁਤ ਮਿੱਠਾ ਲੱਗਦਾ ਹੈ, ਬਿਲਕੁਲ ਮਾਖਿਓਂ ਦੀ ਤਰ੍ਹਾਂ ਲੱਗਦਾ ਹੈ, ਹਨੀ ਲੱਗਦਾ। ਔਰ ਜ਼ਾਹਰ ਹੈ ਵੀ ਜੇ ਇਹਨਾਂ ਦੀ ਸਾਇੰਟਿਫਿਕ ਸਟੱਡੀਜ਼ ਕਹਿੰਦੀਆਂ ਕਿ ਜਿਹੜਾ ਫਾਲਸਹੁੱਡ ਹੈ ਉਹਦੇ ਨਾਲ ਤੁਹਾਨੂੰ ਟੈਂਪਟੇਸ਼ਨ ਹੁੰਦੀ ਹੈ ਵੀ ਇਹਨੂੰ ਤੁਸੀਂ ਸਪਰੈਡ ਵੀ ਕਰੋ,
ਤੇ ਜਿੱਥੇ ਫਿਰ ਬੀਜੇਪੀ ਔਰ ਉਹਨਾਂ ਦੇ ਉਹ ਲੋਕ ਬੈਠੇ ਹੋਏ ਨੇ ਉੱਥੇ ਫਿਰ ਇਹਦਾ ਕੀ ਨਤੀਜਾ ਹੈ ਜੀ ਉਹ ਜ਼ਾਹਰ ਹੈ ਸਾਹਮਣੇ ਹੀ ਹੈ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਜਿਹਨਾਂ ਸਟੋਰੀਜ਼ ਨੂੰ ਜਿਹੜਾ ਮੇਨ ਨੂੰ ਸੂਟ ਨਹੀਂ ਕਰਦਾ, ਹੁਣ ਪਿਛਲੇ ਦਿਨਾਂ 'ਚ ਇਹ ਗੱਲ ਚੱਲ ਰਹੀ ਹੈ ਟਰੰਪ ਦਾ ਜਿਹੜਾ ਇਲੈਕਸ਼ਨ ਪੀਰੀਅਡ ਦਾ ਸਕੈਂਡਲ, ਜੀ ਪ੍ਰੈਜ਼ੀਡੈਂਟ ਟਰੰਪ ਦਾ, ਕਿ ਕਿਵੇਂ ਰਸ਼ੀਅਨ ਜਿਹੜੀ ਹੈ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੇ ਇੰਟਰਵੀਨ ਕੀਤਾ, ਉਹਨਾਂ ਨੇ ਡਾਟਾ ਚੋਰੀ ਕੀਤਾ, ਉਹਨਾਂ ਨੇ ਕਿਵੇਂ ਹਿਲਰੀ ਕਲਿੰਟਨ ਦੇ ਖਿਲਾਫ ਜਿਹੜਾ ਸੀ ਈਮੇਲਸ ਉਹ ਪ੍ਰੋਵਾਈਡ ਕੀਤੀਆਂ, ਔਰ ਇਹ ਹੁਣ ਕਾਫੀ ਚੱਲ ਰਿਹਾ ਹੈ ਇਸ ਦੀ ਇਨਵੈਸਟੀਗੇਸ਼ਨ। ਪਹਿਲੀ ਵਾਰ ਹੈ ਕਿ ਟਰੰਪ ਨੇ ਹੁਣ ਉਹਨਾਂ ਲਾਇਰਸ ਨੂੰ ਕੰਸਲਟ ਕਰਨਾ ਸ਼ੁਰੂ ਕੀਤਾ ਜਿਹੜੇ ਇੰਪੀਚਮੈਂਟ ਨੂੰ ਰੋਕਣ ਲਈ ਕੰਮ ਕਰਦੇ ਨੇ। ਉਹਨਾਂ 'ਚ ਕਲਿੰਟਨ ਦੀ ਇੰਪੀਚਮੈਂਟ ਵੇਲੇ ਜਿਹੜੀ ਲਾਅ ਫਰਮ ਸੀ ਉਹਦੇ ਨਾਲ ਗੱਲਬਾਤ ਕੀਤੀ ਹੈ ਜੀ। ਔਰ ਇਸ ਸਾਰੇ ਦੇ ਨਾਲ ਨਾਲ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਪਾਰਟ ਵਿਦਨ ਦਾ ਸਿਸਟਮ ਚੱਲ ਰਿਹਾ ਹੈ, ਔਰ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਜਿਹੜਾ ਕਿ ਬਿਲਕੁਲ ਇਸ ਵੇਲੇ ਬੇਫਿਕਰ ਹੋ ਕੇ, ਜਿਹਨੂੰ ਇਹ ਟਰੰਪ ਆਪਣਾ ਮਿੱਤਰ ਤੇ ਇਹ ਉਹ ਕਹਿੰਦਾ, ਉਹਨੇ ਪਿਛਲੇ ਦਿਨਾਂ 'ਚ ਕਿਹਾ ਪੁਤਿਨ ਸੇਜ਼ ਜੂਜ਼ ਪੋਸੀਬਲੀ ਬਿਹਾਈਂਡ ਰਸ਼ੀਅਨ ਹੈਕਿੰਗ। ਉਹਨੇ ਕਿਹਾ ਜੀ ਆ ਜਿਹੜੇ 15-20 ਬੰਦੇ ਜਿਹੜੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ ਇਹ ਤਾਂ ਰਸ਼ੀਅਨ ਨਹੀਂ ਹੋ ਸਕਦਾ, ਜੂ ਹੋਣ ਜੀ, ਹੋ ਸਕਦਾ ਯੂਕਰੇਨੀਅਨ ਹੋਣ ਜਿਨ੍ਹਾਂ ਨੇ ਰਸ਼ੀਅਨ ਸਿਟੀਜ਼ਨਸ਼ਿਪ ਲਈ ਹੋਈ। ਮਤਲਬ ਇਹ ਹੈ ਵੀ ਇਹਦੇ ਬਾਵਜੂਦ ਜਦੋਂ ਅਸੀਂ ਦੁਨੀਆ 'ਚ ਗੱਲ ਕਰਦੇ ਹਾਂ ਵੀ ਯਹੂਦੀ ਕਿੰਨੇ ਪਾਵਰਫੁਲ ਨੇ, ਉਹਨਾਂ ਦਾ ਮੁਲਕ ਹੈ, ਅਮਰੀਕਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ, ਪਰ ਮੈਂ ਇਹ ਦੇਖਦਾ ਵੀ ਜਿਉਂ ਹੀ ਪੁਤਿਨ ਨੇ ਇਹ ਗੱਲ ਕਹੀ, ਜਿਹੜੀਆਂ ਐਂਟਾਈ ਸੈਮਿਟਿਜ਼ਮ ਦੇ ਖਿਲਾਫ ਕੰਮ ਕਰਨ ਵਾਲੀਆਂ ਜੂਇਸ਼ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਇੱਕਦਮ ਜਿਹੜੇ ਜੂਇਸ਼ ਸਪੋਰਟਰ ਨੇ ਪ੍ਰੈਜ਼ੀਡੈਂਟ ਟਰੰਪ ਦੇ, ਉਹਨਾਂ ਨੂੰ ਕਿਹਾ ਜੀ ਤੁਸੀਂ ਕਿੱਥੇ ਸੁੱਤੇ ਹੋਏ ਹੋ, ਜਿਹੜੇ ਜੂ ਉਹਨਾਂ ਦੇ ਸਪੋਰਟਰ ਨੇ, ਬਿਲਕੁਲ, ਕਿ ਵੀ ਇਸ ਤੋਂ ਜਿਹੜਾ ਉਹਨੂੰ ਕੰਡੈਮ ਕਰਵਾਓ ਕਿ ਵੀ ਇਹ ਐਂਟਾਈ ਸੈਮਿਟਿਕ ਕਮੈਂਟ ਹੈ ਪੁਤਿਨ ਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਹੁਣ ਇਹੀ ਇਸ਼ੂ ਜਦੋਂ ਕਿਸੇ ਦੇ ਹੱਥ 'ਚ ਆਉਂਦਾ ਹੈ, ਕਿਉਂਕਿ ਜੂਜ਼ ਪੁਤਿਨ ਨੇ ਕਈ ਕੁਛ ਕਿਹਾ, ਉਹਦੀ ਕੋਈ ਹੋਰ ਹੈ, ਉਹਨੇ ਕਿਹਾ ਜੀ ਇੱਕ ਖਬਰ ਜਿਹੜੀ ਉਹ ਵੀ ਫੇਕ ਤੋਂ ਬਣੀ ਹੋਈ ਸੀ ਕਿ ਜੀ ਉਹਨੇ ਆਰਡਰ ਕੀਤਾ ਕਿ ਸਿਵਲ ਜਹਾਜ਼ ਸੁੱਟ ਲਓ ਕਿਉਂਕਿ ਉਹ ਹਾਈਜੈਕ ਹੋਇਆ ਸੀ, ਉਹਨੂੰ ਡਰ ਸੀ ਕਿ ਉਹਨਾਂ ਦੇ ਵਿੰਟਰ 올림픽ਸ ਦੇ ਉੱਤੇ ਬੰਬ ਨਾ ਸੁੱਟ ਦੇ ਜੀ। ਲੇਕਿਨ ਜਿਉਂ ਹੀ ਇਹ ਖਬਰ ਕਿ ਵੀ देयर मे बी ਜੂਸ ਮੇ ਬੀ ਯੂਕਰੇਨੀਅਨਸ, ਨਾਲ ਦੇ ਨਾਲ ਯਹੂਦੀਆਂ ਨੇ ਉਹਨੂੰ ਚੁੱਕ ਕੇ ਦੁਨੀਆ ਭਰ ਦੇ ਵਿੱਚ ਇਸ ਦੇ ਉੱਤੇ ਇੱਕ ਪੂਰਾ ਵਾਵੇਲਾ ਖੜਾ ਕਰ ਦਿੱਤਾ। ਹਾਲਾਂ ਇਹ ਉਹਨਾਂ ਦੀ ਸਰਵਾਈਵਲ ਦੇ ਲਈ ਜਾਂ ਅਸੀਂ ਭਾਵੇਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਾ ਹੋਈਏ, ਪਰ ਮੈਂ ਸਮਝਦਾ ਹਾਂ ਵੀ ਸਾਡੇ ਲਈ, ਮੈਂ ਤਾਂ ਇਹਨੂੰ ਆਪਣੇ ਐਂਗਲ ਤੋਂ ਦੇਖਦਾ ਹਾਂ, ਅਸੀਂ ਉਹਨਾਂ ਤੋਂ ਦੁੱਗਣੀ ਸਾਡੀ ਗਿਣਤੀ ਹੈ। ਦੁਨੀਆ 14-15 ਮਿਲੀਅਨ ਜੀਵ ਨੇ, ਅਸੀਂ 30 ਮਿਲੀਅਨ ਦੇ ਨੇੜੇ ਤੇੜੇ ਹਾਂ। ਉਹਨਾਂ ਦੇ ਕੋਲ ਮੁਲਕ ਵੀ ਹੈ, ਉਹਨਾਂ ਦੀ ਪਾਵਰ ਹੈ, ਇੱਥੇ ਵੀ ਇਨਫਲੂਐਂਸ ਕਰਦੇ ਨੇ, ਯੂਰਪ 'ਚ ਵੀ ਕਰਦੇ ਨੇ, ਤੇ ਇੰਨੀ ਤਾਕਤਵਰ ਸਟਰੈਂਥ ਤੇ ਹੁੰਦੇ ਆ ਜੇ ਇੱਕ ਵਰਡ ਉਹਨਾਂ ਦੇ ਰਸ਼ੀਅਨ ਪ੍ਰੈਜ਼ੀਡੈਂਟ ਦੇ ਮੂੰਹੋਂ ਨਿਕਲਿਆ ਤਾਂ ਉਹਨਾਂ ਨੇ ਦੁਨੀਆ ਭਰ 'ਚ ਇਸ ਦੇ ਉੱਤੇ ਜਿਹੜੇ ਆਪਣੀ ਲੌਬੀ ਖੜੀ ਕਰ ਦਿੱਤੀ ਹੈ ਜੀ। ਤੇ ਅਸੀਂ ਜਿਹੜੇ ਸਟੇਟਲੈਸ ਹੈ, ਆਲਰੇਡੀ ਪਰਸੀਕਿਊਟਡ ਹੈ, ਸਾਡੀ ਪੂਰੀ ਜਨਰੇਸ਼ਨ ਮਾਰ ਮੁਕਾਈ ਹੈ, ਤੇ ਸਾਡੇ ਖਿਲਾਫ ਇੰਡੀਅਨ ਗਵਰਨਮੈਂਟ ਡੈਮੋਕ੍ਰੇਸੀ ਦੇ ਨਾਂ ਥੱਲੇ ਦੁਨੀਆ ਭਰ ਦੇ ਵਿੱਚ ਮੀਡੀਆ ਦੇ ਵਿੱਚ ਸਾਨੂੰ ਕਿਵੇਂ ਉਹਨਾਂ ਨੇ ਬਦਨਾਮ ਕੀਤਾ ਹੈ ਜੀ। ਕਿਵੇਂ ਜਿਹੜੀਆਂ ਸਾਡੀਆਂ ਥੋੜੀਆਂ ਬਹੁਤ ਪ੍ਰਾਪਤੀਆਂ ਜਿਵੇਂ ਕੈਨੇਡਾ ਦੇ ਕੰਟੈਕਟ 'ਚ ਹੋ ਸਕਦੀਆਂ ਸੀ, ਉਹਨਾਂ ਨੂੰ ਟੈਰਰਿਜ਼ਮ ਨਾਲ, ਖਾਲਿਸਤਾਨ ਨਾਲ ਜੋੜ ਕੇ, ਔਰ ਇਹ ਕੈਂਪੇਨ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਵਿੱਚ 5 ਗੁਰਸਿੱਖਾਂ ਦੀਆਂ ਫੋਟੋਆਂ 에ਅਰਪੋਰਟ ਦੇ ਉੱਤੇ ਲਾ ਕੇ ਕਿ ਜੀ ਇਹ ਦਹਿਸ਼ਤਗਰਦ ਨੇ। ਤੇ ਜੇ ਇਸ ਸਭ ਦੇ ਬਾਵਜੂਦ ਸਾਡੇ ਵੱਡੇ ਹਿੱਸੇ ਨੂੰ ਮੀਡੀਆ ਦੀ ਇੰਪੋਰਟੈਂਸ, ਅਜੇ ਤਾਂ TV 84 ਹੈ ਜਾਂ ਜਿਹੜੇ ਹੋਰ ਕੰਮ ਕਰਦੇ ਨੇ ਇਲੈਕਟ੍ਰੋਨਿਕ ਜਾਂ ਪ੍ਰਿੰਟ ਮੀਡੀਆ 'ਚ, ਸਾਡਾ ਦਾਇਰਾ ਕਰਦਾ ਜੇ ਆਪਣਿਆਂ ਚੋਂ ਨਹੀਂ ਨਿਕਲਿਆ, ਅਜੇ ਤਾਂ ਸਾਨੂੰ ਆਪਣਿਆਂ ਨੇ ਹੀ ਜਿਹੜਾ ਹੈ ਉਹ ਜਿਹੜਾ ਉਹ ਐਕਸੈਪਟ ਨਹੀਂ ਕੀਤਾ ਹੋਇਆ। ਇੱਕ ਵੱਡਾ ਹਿੱਸਾ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਦੀ ਜਿਹੜੀ ਹੈ ਉਹ ਸੂਬੇਦਾਰੀ ਜਿਹੜੀ ਉਹਨਾਂ ਨੇ ਆਪਣੀ ਅਪਣਾਈ ਹੋਈ ਹੈ ਸ਼ਾਇਦ ਉਹਨੂੰ ਚੈਲੰਜ ਹੈ। ਤੇ ਕਦੋਂ ਅਸੀਂ ਇਜ਼ਰਾਈਲੀਆਂ ਦੇ ਲੈਵਲ ਤੇ ਜਾਂ ਯਹੂਦੀਆਂ ਦੇ ਲੈਵਲ ਤੇ ਨਿਕਲ ਕੇ, ਜਾਂ ਜਿਹੜਾ ਸਾਡਾ ਦੁਸ਼ਮਣ ਜਿਹਨੇ ਕਿ ਕਿਸ ਕਿਸਮ ਦਾ ਨੈਟਵਰਕ ਸਾਰੇ ਪਾਸੇ ਫੈਲਾਇਆ ਹੋਇਆ ਹੈ, ਉਹਨਾਂ ਦੇ ਨਾਲ ਅਸੀਂ ਟੱਕਰ ਕਦੋਂ ਲੈਣੀ। ਸੋ ਜ਼ਾਹਰ ਹੈ ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਅੱਜ ਵੀ ਸਾਡੇ ਆਫਿਸ 'ਚ ਇਸ ਗੱਲ ਦੇ ਉੱਤੇ ਵਿਚਾਰ ਚੱਲ ਰਹੀ ਸੀ ਕਿ ਵੀ ਇਹਨੂੰ ਕਿਵੇਂ ਅਸੀਂ ਸਾਰਥਕ ਬਣਾ ਸਕੀਏ, ਕਿ ਇਹ ਇੱਕ ਹੋਪ ਹੈ ਜਿਹਦੇ 'ਚੋਂ ਸਾਡਾ ਦੁਨੀਆ ਦੇ ਵਿੱਚ ਸਿੱਖਾਂ ਦਾ ਕੋਈ ਮੀਡੀਆ, ਅਲ ਜਜ਼ੀਰਾ ਟਾਈਪ ਅਸੀਂ ਜੇ ਤੱਕ ਪਹੁੰਚੀਏ, ਕੋਈ ਸਾਡਾ ਦੁਨੀਆ 'ਚ ਸਿੱਖ ਬੈਂਕ ਹੋਏ, ਐਜੂਕੇਸ਼ਨ ਇੰਸਟੀਟਿਊਸ਼ਨ ਯੂਨੀਵਰਸਿਟੀ ਲੈਵਲ ਹੋਏ, ਸਾਡੀ ਜਿਹੜੀ ਪਾਰਲੀਮੈਂਟ ਹੈ ਉਹ ਇੰਡੀਪੈਂਡੈਂਟਲੀ ਸਿੱਖ ਇਸ਼ੂਜ਼ ਦੇ ਉੱਤੇ ਉਸ ਦੀ ਰਾਏ ਹੋਏ, ਜਿਹਨੂੰ ਦੁਨੀਆ ਦੀਆਂ ਗਵਰਨਮੈਂਟ ਸਿੱਖ ਸਟੇਜ ਦੇ ਉੱਤੇ
ਸੀਰੀਅਸਲੀ ਲੈਣ ਈਵਨ ਬਿਫੋਰ ਜਦੋਂ ਤੱਕ ਸਾਡਾ ਮੁਲਕ ਬਣਦਾ ਜਾਂ ਅਸੀਂ ਰੈਕਗਨਾਈਜ਼ ਹੁੰਦੇ ਜੀ। ਸੋ ਇਸ ਸਭ ਦੇ ਲਈ ਸਾਨੂੰ ਟੈਲੈਂਟ ਦੀ, ਰਿਸੋਰਸਿਸ ਦੀ, ਰਿਸੋਰਸ ਕੱਲਾ ਪੈਸਾ ਨਹੀਂ ਹੁੰਦਾ, ਮੈਨ ਐਂਡ ਮਨੀ ਬੋਥ ਹੈ ਜੀ। ਔਰ ਇਸ ਸਾਰੇ ਨੂੰ ਜੇ ਅਸੀਂ ਇਸ ਲੈਵਲ ਤੇ ਇਸ ਸਟਰਗਲ ਨੂੰ ਨਹੀਂ ਦੇਖਾਂਗੇ ਤੇ ਫਿਰ ਅਸੀਂ ਬਹੁਤ ਬੁਰੀ ਤਰ੍ਹਾਂ ਖੁਆਰ ਹੋਵਾਂਗੇ। ਇਹਦੇ ਬਾਰੇ ਕੋਈ ਭੁਲੇਖਾ ਨਹੀਂ। ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ, ਮੰਥਲੀ ਵੀ ਡੋਨੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ ਸਾਨੂੰ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਰਾਹੀਂ ਵੀ ਫੋਨ ਕਰਕੇ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।